ਹੈਲੋ ਸਟੂਡੈਂਟਸ। ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਆਪਾਂ ਡਿਜ਼ਾਸਟਰ ਮੈਨੇਜਮੈਂਟ ਚੈਪਟਰ ਦੀ ਰੀਡਿੰਗ ਸ਼ੁਰੂ ਕੀਤੀ ਹੋਈ ਹੈ। ਪਹਿਲੀ ਵੀਡੀਓ ਦੇ ਵਿੱਚ ਅਸੀਂ ਡਿਜ਼ਾਸਟਰ ਦੀ ਡੈਫੀਨੇਸ਼ਨ ਐਂਡ ਡਿਜ਼ਾਸਟਰਸ ਦੀ ਕਲਾਸੀਫਿਕੇਸ਼ਨ, ਜਿਸ ਦੇ ਵਿੱਚ ਨੈਚੁਰਲ ਡਿਜ਼ਾਸਟਰਸ ਐਂਡ ਮੈਨ ਮੇਡ ਡਿਜ਼ਾਸਟਰਸ ਬਾਰੇ ਰੀਡ ਕਰ ਚੁੱਕੇ ਹਾਂ। ਅੱਜ ਦੀ ਵੀਡੀਓ ਦੇ ਵਿੱਚ ਇਸ ਲੈਸਨ ਦਾ ਜੋ ਨੈਕਸਟ ਪਾਰਟ ਹੈ ਉਸ ਬਾਰੇ ਡਿਸਕਸ ਕਰਾਂਗੇ। ਨਾਓ ਵੀ ਸਟਾਰਟ ਟੂ ਰੀਡ। Though it is very difficult to be safe from the disasters completely, yet the losses from these disasters can be reduced to a greater extent. Students, ਭਾਵੇਂ ਕਿ ਅਸੀਂ ਇਹਨਾਂ ਆਫਤਾਂ ਤੋਂ ਪੂਰੀ ਤਰ੍ਹਾਂ ਬਚ ਨਹੀਂ ਸਕਦੇ, ਪਰ ਫਿਰ ਵੀ ਕੀ ਹੈ ਕਿ ਅਸੀਂ ਇਹਨਾਂ ਆਫਤਾਂ ਤੋਂ ਹੋਣ ਵਾਲੇ ਨੁਕਸਾਨ ਨੂੰ ਕਾਫੀ ਹੱਦ ਤੱਕ ਘੱਟ ਕਰ ਸਕਦੇ ਹਾਂ। ਦੇਅਰ ਇਜ਼ ਨੀਡ ਫਾਰ ਮੈਨੇਜਮੈਂਟ ਵਿਚ ਇਜ਼ ਨੇਮਡ ਐਜ਼ ਡਿਜ਼ਾਸਟਰ ਮੈਨੇਜਮੈਂਟ। ਸੋ ਸਾਨੂੰ ਜ਼ਰੂਰਤ ਹੈ ਇੱਕ ਪ੍ਰਬੰਧ ਦੀ, ਜਿਸ ਨੂੰ ਅਸੀਂ ਆਫਤ ਪ੍ਰਬੰਧਨ ਕਹਿੰਦੇ ਹਾਂ। The subject of disaster management relates to the safety and protection from the natural or the human disasters, or to minimize the dangers created by these disasters. ਸੋ ਜੋ ਆਫਤ ਪ੍ਰਬੰਧਨ ਵਿਸ਼ਾ ਹੈ ਉਹ ਕੁਦਰਤੀ ਅਤੇ ਜੋ ਮਨੁੱਖੀ ਆਫਤਾਂ ਉਹਨਾਂ ਤੋਂ ਸੁਰੱਖਿਅਤ ਅਤੇ ਸੋ ਜੋ ਆਫਤ ਪ੍ਰਬੰਧਨ ਦਾ ਵਿਸ਼ਾ ਹੈ ਉਹ ਕੁਦਰਤੀ ਜਾਂ ਮਨੁੱਖੀ ਆਫਤਾਂ ਇਹਨਾਂ ਤੋਂ ਬਚਾਓ ਜਾਂ ਇਹਨਾਂ ਤੋਂ ਪੈਦਾ ਹੋਏ ਜਿਹੜੇ ਖਤਰੇ ਹੈ ਉਹਨਾਂ ਨੂੰ ਘੱਟ ਕਰਨ ਦੇ ਨਾਲ ਸੰਬੰਧ ਰੱਖਦਾ। It includes the management like to fight with the disasters, to get prepared before the disaster strike, safety and protection at the time of the disaster, and to uplift the society after the disaster. ਸੋ ਇਸ ਦੇ ਵਿੱਚ ਕੀ ਹੈ ਕਿ ਜਿਹੜੀਆਂ ਆਫਤਾਂ ਨੇ ਇਹਨਾਂ ਦੇ ਨਾਲ ਜੂਝਣ ਦੇ ਲਈ ਆਫਤ ਦੇ ਆਉਣ ਤੋਂ ਪਹਿਲਾਂ ਦੀ ਤਿਆਰੀ, ਆਫਤ ਦੇ ਸਮੇਂ ਬਚਾਅ ਅਤੇ ਆਫਤ ਤੋਂ ਬਾਅਦ ਸਮਾਜ ਨੂੰ ਮੁੜ ਪੈਰਾਂ 'ਤੇ ਖੜ੍ਹਾ ਕਰਨਾ, ਇਹ ਜੋ ਪ੍ਰਬੰਧ ਹੈ ਇਸ ਦੇ ਵਿੱਚ ਸ਼ਾਮਲ ਹੈ। ਇਨ ਡਿਜ਼ਾਸਟਰ ਮੈਨੇਜਮੈਂਟ the plans already prepared are put to use at personal level, group level, community level, non-government and government level. All contribute towards the common problem. ਆਫਤ ਪ੍ਰਬੰਧਨ ਦੇ ਵਿਸ਼ੇ ਦੇ ਵਿੱਚ ਹਰ ਇੱਕ ਪੱਧਰ 'ਤੇ ਜੋ ਯੋਜਨਾਵਾਂ ਬਣਾਈਆਂ ਗਈਆਂ ਹਨ ਉਹਨਾਂ ਨੂੰ ਅਮਲ ਦੇ ਵਿੱਚ ਲਿਆਂਦਾ ਜਾਂਦਾ ਹੈ। ਜਿਸ ਤਰ੍ਹਾਂ ਕਿ ਨਿੱਜੀ ਪੱਧਰ 'ਤੇ, ਗਰੁੱਪ ਲੈਵਲ 'ਤੇ, ਗਰੁੱਪ ਪੱਧਰ 'ਤੇ ਜਾਂ ਜਾਤੀ ਪੱਧਰ 'ਤੇ, ਭਾਵ ਕਮਿਊਨਿਟੀ ਲੈਵਲ 'ਤੇ, ਗੈਰ ਸਰਕਾਰੀ ਅਤੇ ਸਰਕਾਰੀ ਸੰਸਥਾਵਾਂ ਦੇ ਪੱਧਰ 'ਤੇ ਸਾਰੇ ਹੀ ਇਸ ਦੇ ਵਿੱਚ ਜਿਹੜਾ ਆਪਣਾ ਯੋਗਦਾਨ ਆ ਉਹ ਪਾਉਂਦੇ ਨੇ। In these days, the subject of disaster management has been started in the schools so that the students at their own level get ready to fight with such problems. ਹੁਣ ਜੋ ਆਫਤ ਪ੍ਰਬੰਧਨ ਦਾ ਵਿਸ਼ਾ ਹੈ ਉਹ ਸਕੂਲਾਂ ਦੇ ਵਿੱਚ ਵੀ ਪੜ੍ਹਾਇਆ ਜਾਣਾ ਸ਼ੁਰੂ ਕਰ ਦਿੱਤਾ ਗਿਆ ਹੈ, ਤਾਂ ਕਿ ਜੋ ਵਿਦਿਆਰਥੀ ਹੈ ਉਹ ਆਪਣੇ ਪੱਧਰ 'ਤੇ ਅਜਿਹੀਆਂ ਜਿਹੜੀਆਂ ਮੁਸ਼ਕਲਾਂ ਉਹਨਾਂ ਦੇ ਨਾਲ ਮੁਕਾਬਲਾ ਕਰਨ ਦੇ ਲਈ ਤਿਆਰ ਹੋ ਸਕਣ। ਭਾਵ ਕਿ ਜਿਸ ਸਮੇਂ ਕੋਈ ਕੁਦਰਤੀ ਜਾਂ ਮਨੁੱਖ ਦੁਆਰਾ ਪੈਦਾ ਕੀਤੀ ਹੋਈ ਆਫਤ ਆਉਂਦੀ ਹੈ ਤਾਂ
ਜੇਕਰ ਵਿਦਿਆਰਥੀਆਂ ਨੂੰ ਉਸ ਬਾਰੇ ਉਸ ਦਾ ਮੁਕਾਬਲਾ ਕਰਨ ਬਾਰੇ ਕਿ ਕਿਸ ਤਰ੍ਹਾਂ ਉਸ ਦਾ ਮੁਕਾਬਲਾ ਕਰਨਾ, ਉਸ ਸਮੱਸਿਆ ਦੇ ਨਾਲ ਕਿਸ ਤਰ੍ਹਾਂ ਨਜਿੱਠਣਾ, ਜੇਕਰ ਸਟੂਡੈਂਟਸ ਨੂੰ ਉਸ ਬਾਰੇ ਨੌਲੇਜ ਹੋਵੇਗੀ ਤਾਂ ਉਸ ਸਮੱਸਿਆ ਨੂੰ ਉਹ ਫੇਸ ਆਸਾਨੀ ਦੇ ਨਾਲ ਕਰ ਸਕਣਗੇ। ਸੋ ਜਿਸ ਦੇ ਕਾਰਨ ਜਿਹੜਾ ਡਿਜ਼ਾਸਟਰ ਮੈਨੇਜਮੈਂਟ ਦਾ ਵਿਸ਼ਾ ਉਹ ਸਕੂਲਾਂ ਦੇ ਵਿੱਚ ਪੜ੍ਹਾਇਆ ਜਾਣਾ ਸ਼ੁਰੂ ਕਰ ਦਿੱਤਾ ਗਿਆ ਹੈ। ਅਕੋਰਡਿੰਗ ਟੂ ਐਨ estimate about 30 lakh people have lost their lives due to the natural or human disasters in the last 20 years। ਇੱਕ ਐਸਟੀਮੇਟ ਦੇ ਅਨੁਸਾਰ ਜੋ ਪਿਛਲੇ 20 ਸਾਲਾਂ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਲਗਭਗ 30 ਲੱਖ ਜਿਹੜੇ ਲੋਕ ਆ ਉਹ ਕੁਦਰਤੀ ਜਾਂ ਮਨੁੱਖੀ ਆਫਤਾਂ ਦੇ ਕਾਰਨ ਆਪਣੀਆਂ ਜਿਹੜੀਆਂ ਜਾਨਾਂ ਉਹ ਗਵਾ ਚੁੱਕੇ ਨੇ। Therefore, because of the significance of the subject, it becomes necessary to get more knowledge about it। ਇਸ ਕਰਕੇ ਇਸ ਵਿਸ਼ੇ ਦੀ ਜਿਹੜੀ ਮਹੱਤਤਾ, ਇਸ ਦੀ ਸਿਗਨੀਫਿਕੈਂਸ ਆ, ਉਸ ਨੂੰ ਦੇਖਦੇ ਹੋਏ ਇਸ ਬਾਰੇ ਜਿਹੜਾ ਵਧੇਰੇ ਗਿਆਨ ਆ ਉਹ ਹੋਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ। Here we will study about the cause and protection from some important disasters। ਹੁਣ ਅਸੀਂ ਕੁਝ ਮਹੱਤਵਪੂਰਨ ਆਫਤਾਂ ਦੇ ਘਟਣ 'ਤੇ ਉਹਨਾਂ ਤੋਂ ਬਚ ਬਚਾਅ ਦੇ ਬਾਰੇ ਵਿੱਚ ਅੱਗੇ ਸਟੱਡੀ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਨੈਚੁਰਲ ਡਿਜ਼ਾਸਟਰ, ਜਿਸ ਦੇ ਵਿੱਚ ਅਰਥਕੁਇਕ, ਭੂਚਾਲ, ਜਿਸ ਨੂੰ ਪੰਜਾਬੀ ਦੇ ਵਿੱਚ ਭੂਚਾਲ ਦਾ ਨਾਮ ਦਿੱਤਾ ਗਿਆ ਹੈ, ਉਹਦੇ ਬਾਰੇ ਡਿਸਕਸ ਕਰਾਂਗੇ। ਦ ਸ਼ੇਕਿੰਗ ਆਫ ਦ ਅਰਥ ਇਜ਼ ਨੇਮਡ ਐਜ਼ ਅਰਥਕੁਇਕ। ਧਰਤੀ ਦੀ ਹਿਲਜੁਲ ਨੂੰ ਅਰਥਕੁਇਕ ਕਿਹਾ ਜਾਂਦਾ, ਭੂਚਾਲ ਕਿਹਾ ਜਾਂਦਾ। ਸਮਟਾਈਮਜ਼ ਦੀਜ਼ ਅਰਥਕੁਇਕਸ ਆਰ ਸੋ ਮਾਈਨਰ ਦੈਟ ਵੀ ਡੂ ਨਾਟ ਫੀਲ ਇਵਨ, ਬਟ when the intensity of the earthquake is very high it causes destruction all around। ਕਈ ਵਾਰੀ ਕੀ ਹੁੰਦਾ ਕਿ ਭੂਚਾਲ ਇੰਨੇ ਹਲਕੇ ਹੁੰਦੇ ਆ, ਭੂਚਾਲ ਦੀ ਜਿਹੜੀ ਤੀਬਰਤਾ, ਉਸ ਦੀ ਸਪੀਡ ਹੈ ਇੰਨੀ ਘੱਟ ਹੁੰਦੀ ਹੈ ਕਿ ਸਾਨੂੰ ਮਹਿਸੂਸ ਵੀ ਨਹੀਂ ਹੁੰਦਾ। ਪਰ ਕਈ ਵਾਰੀ ਜਿਹੜੀ ਭੂਚਾਲ ਦੀ ਤੀਬਰਤਾ ਉਹ ਬਹੁਤ ਜ਼ਿਆਦਾ ਹੁੰਦੀ ਹੈ ਅਤੇ ਚਾਰੇ ਪਾਸੇ ਜਿਹੜੀ ਤਬਾਹੀ ਹੋ ਜਾਂਦੀ ਹੈ, ਚਾਰੇ ਪਾਸੇ ਤਬਾਹੀ ਮੱਚ ਜਾਂਦੀ ਹੈ ਕਿ ਭੂਚਾਲ ਦਾ ਜਿਹੜਾ ਝਟਕਾ ਉਹ ਇੰਨਾ ਜ਼ਿਆਦਾ ਹੁੰਦਾ। The speed or intensity of the earthquake is measured on the two scale, Richter scale and Mercalli's scale। ਜਿਹੜੀ ਭੂਚਾਲ ਦੀ ਤੀਬਰਤਾ, ਭੂਚਾਲ ਦੀ ਸਪੀਡ ਹੈ, ਉਹ ਦੋ ਪੈਮਾਨਿਆਂ ਦੇ ਨਾਲ ਮੈਜ਼ਰ ਕੀਤੀ ਜਾਂਦੀ ਹੈ, ਜਿਸ ਦੇ ਵਿੱਚ ਪਹਿਲਾ ਪੈਮਾਨਾ ਹੈ ਰੈਕਟਰ ਸਕੇਲ ਐਂਡ ਸੈਕਿੰਡ ਮਾਰਕਾਲੀਸ ਸਕੇਲ। ਪਹਿਲਾਂ ਅਸੀਂ ਗੱਲ ਕਰਾਂਗੇ ਰੈਕਟਰ ਸਕੇਲ ਦੀ। ਦਿਸ ਇਜ਼ ਐਨ ਓਪਨ ਸਕੇਲ ਹਾਊ ਮਚ ਇੰਟੈਂਸਿਟੀ ਆਫ ਅਰਥ ਐਂਡ this is an open scale how much intensity of earthquake। ਇਹ ਜੋ ਪੈਮਾਨਾ ਹੈ, ਰੈਕਟਰ ਪੈਮਾਨਾ ਹੈ, ਇਸ ਦੇ ਨਾਲ ਭੂਚਾਲ ਦੀ ਜਿਹੜੀ ਤੀਬਰਤਾ ਉਸ ਨੂੰ ਮਾਪਣ ਦਾ ਖੁੱਲ੍ਹਾ ਪੈਮਾਨਾ ਹੈ। therefore an earthquake measured at 8 Richter scale is more intensified than that of 4 Richter scale। ਇਸ ਦੇ ਵਿੱਚ ਕੀ ਹੈ ਕਿ 8 ਰੈਕਟਰ ਵਾਲਾ ਭੂਚਾਲ ਆ ਜਿਹੜਾ ਉਹ 4 ਰੈਕਟਰ ਪੈਮਾਨੇ ਨਾਲੋਂ ਬਹੁਤ ਜ਼ਿਆਦਾ ਤੀਬਰ ਹੁੰਦਾ, ਤੇਜ਼ ਹੁੰਦਾ। ਅੱਗੇ ਅਸੀਂ ਗੱਲ ਕਰਾਂਗੇ ਮਾਰਕਾਲੀ ਸਕੇਲ। ਹਾਊ ਮਚ ਲਾਸ ਹੈਜ਼ ਬਿਨ ਅਕਰਡ ਡਿਊ ਟੂ ਦ ਅਰਥਕੁਇਕ। ਐਂਡ ਦਿਸ ਸਕੇਲ ਇਜ਼ demarcated from 1 to 12। ਭੂਚਾਲ ਆਉਣ 'ਤੇ ਕਿੰਨਾ ਨੁਕਸਾਨ ਹੋਇਆ, ਇਸ ਨੂੰ 1 ਤੋਂ ਲੈ ਕੇ 12 ਵਰਗਾਂ ਦੇ ਵਿੱਚ ਵੰਡਿਆ ਗਿਆ। ਜਿਸ ਤਰ੍ਹਾਂ ਕਿ ਜਿਹੜਾ ਜਿਵੇਂ ਕਿ ਇੱਥੇ 1 ਤੋਂ ਭਾਵ ਕਿ ਨੋ ਲਾਸ ਐਟ ਆਲ, ਕਿ ਕੋਈ ਵੀ ਨੁਕਸਾਨ ਆ ਜਿਹੜਾ ਉਹ ਨਹੀਂ ਹੋਇਆ। 12 ਮੀਨਸ ਕਿ ਐਵਰੀਥਿੰਗ ਹੈਜ਼ ਬਿਨ ਲੋਸਟ, ਭਾਵ ਕਿ ਸਭ ਕੁਝ ਜਿਹੜਾ ਉਹ ਨਸ਼ਟ ਹੋ ਗਿਆ, ਤਬਾਹ ਹੋ ਗਿਆ। ਸੋ ਇਸ ਨੂੰ 1 ਤੋਂ ਲੈ ਕੇ 12 ਵਰਗਾਂ ਦੇ ਵਿੱਚ ਵੰਡਿਆ ਗਿਆ। ਦ ਅਰਥਕੁਇਕਸ ਆਰ ਕਾਜ਼ਡ ਬਾਏ ਦ ਇਟਰਨਲ ਮੂਵਮੈਂਟਸ ਆਫ ਦ ਅਰਥ। ਜਿਹੜੇ ਭੂਚਾਲ ਹੈ ਉਹ ਧਰਤੀ ਦੀ ਅੰਦਰੂਨੀ ਹਿਲਜੁਲ ਦੇ ਕਾਰਨ, ਇੰਟਰਨਲ ਮੂਵਮੈਂਟਸ ਦੇ ਕਾਰਨ ਜਿਹੜੇ ਵਾਪਰਦੇ ਨੇ। ਦੀਜ਼ ਆਲਸੋ ਹੈਪਨ ਵਿਦ ਦ ਸ਼ਿਫਟਿੰਗ ਆਫ ਦ ਟੈਕਟੋਨਿਕ ਪਲੇਟਸ ਆਫ ਦ ਅਰਥ। ਇਹ ਧਰਤੀ ਅੰਦਰਲੀਆਂ ਜਿਹੜੀਆਂ ਟੈਕਟੋਨਿਕ ਪਲੇਟਾਂ ਨੇ
ਉਹਨਾਂ ਦੇ ਖਿਸਕਣ ਦੇ ਨਾਲ ਆਉਂਦੇ ਨੇ। ਦ ਪੁਆਇੰਟ ਇਨਸਾਈਡ ਦ ਅਰਥ ਵੇਅਰ ਦ ਅਰਥਕੁਇਕ ਵੇਵਜ਼ ਓਰੀਜੀਨੇਟ ਇਜ਼ ਕਾਲਡ ਸਿਸਮਿਕ ਫੋਕਸ। ਭੂਚਾਲ ਦੀਆਂ ਜੋ ਧਰਤੀ ਦੇ ਅੰਦਰੋਂ ਜਿਹੜਾ ਅੰਦਰਲਾ ਪੁਆਇੰਟ ਹੈ ਧਰਤੀ ਦੇ, ਜਿੱਥੋਂ ਭੂਚਾਲ ਦੀਆਂ ਜਿਹੜੀਆਂ ਤਰੰਗਾਂ ਵੇਵਜ਼ ਆ ਉਹ ਪੈਦਾ ਹੁੰਦੀਆਂ ਨੇ, ਉਸ ਪੁਆਇੰਟ ਨੂੰ ਸਿਸਮਿਕ ਫੋਕਸ ਕਿਹਾ ਜਾਂਦਾ ਹੈ, ਜਿਸ ਨੂੰ ਪੰਜਾਬੀ ਦੇ ਵਿੱਚ ਉਦਗਮ ਕੇਂਦਰ ਕਿਹਾ ਜਾਂਦਾ। ਦ ਪੁਆਇੰਟ ਔਨ ਦ ਸਰਫੇਸ ਆਫ ਦ ਅਰਥ ਵਿਚ ਇਜ਼ ਵਰਟੀਕਲੀ ਅਬਵ ਦ ਸਿਸਮਿਕ ਫੋਕਸ ਇਜ਼ ਕਾਲਡ ਐਪੀਸੈਂਟਰ। ਇਹ ਜਿਸ ਸਮੇਂ ਉਦਗਮ ਕੇਂਦਰ ਤੋਂ ਜਿਹੜੀਆਂ ਤਰੰਗਾਂ ਉਹ ਪੈਦਾ ਹੋ ਕੇ ਧਰਤੀ ਦੇ ਉੱਪਰਲੇ ਹਿੱਸੇ ਦੇ ਵਿੱਚ ਬਾਹਰ ਨਿਕਲਦੀਆਂ, ਜਿੱਥੋਂ ਇਹ ਤਰੰਗਾਂ ਬਾਹਰ ਨਿਕਲਦੀਆਂ ਤਾਂ ਉਸ ਜਿਹੜੇ ਸਥਾਨ ਨੂੰ ਐਪੀਸੈਂਟਰ ਕਿਹਾ ਜਾਂਦਾ, ਜਿਸ ਨੂੰ ਪੰਜਾਬੀ ਦੇ ਵਿੱਚ ਅਧਿਕੇਂਦਰ ਕਿਹਾ ਜਾਂਦਾ। ਜਿੱਥੋਂ ਇਹ ਤਰੰਗਾਂ ਬਾਹਰ ਨਿਕਲਦੀਆਂ ਤਾਂ ਉੱਥੇ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਹੁੰਦਾ। ਦ ਐਪੀਸੈਂਟਰ ਐਂਡ ਇਟਸ ਸਰਾਊਂਡਿੰਗ ਏਰੀਆ ਇਜ਼ ਦ ਮੋਸਟ ਅਫੈਕਟਡ। ਜਿਹੜਾ ਐਪੀਸੈਂਟਰ ਜਾਂ ਇਸ ਦੇ ਆਸ-ਪਾਸ ਦਾ ਜਿਹੜਾ ਖੇਤਰ ਹੈ ਉਹ ਬਹੁਤ ਜ਼ਿਆਦਾ ਭੂਚਾਲ ਦੇ ਨਾਲ ਪ੍ਰਭਾਵਿਤ ਹੁੰਦਾ, ਭਾਵ ਕਿ ਉੱਥੇ ਬਹੁਤ ਜ਼ਿਆਦਾ ਨੁਕਸਾਨ ਹੁੰਦਾ। ਦ ਸਟੱਡੀ ਰਿਲੇਟਡ ਵਿਦ ਦ ਅਰਥਕੁਇਕ ਇਜ਼ ਕਾਲਡ ਸਿਸਮੋਲੋਜੀ। ਜੋ ਅਰਥਕੁਇਕ ਦੇ ਰਿਲੇਟਡ ਜੋ ਸਟੱਡੀ ਕੀਤੀ ਜਾਂਦੀ ਹੈ ਉਸ ਸਟੱਡੀ ਨੂੰ ਸਿਸਮੋਲੋਜੀ ਕਿਹਾ ਜਾਂਦਾ ਹੈ। ਐਂਡ ਦ ਡਿਵਾਈਸ ਵਿਚ ਰਿਕਾਰਡਸ ਦ ਅਰਥਕੁਇਕ ਇਜ਼ ਕਾਲਡ ਦ ਸਿਸਮੋਗ੍ਰਾਫ ਔਰ ਦ ਅਰਥਕੁਇਕ ਮੈਜ਼ਰਿੰਗ ਇੰਸਟਰੂਮੈਂਟ। ਭੂਚਾਲ ਰਿਕਾਰਡ ਕਰਨ ਵਾਲੇ ਯੰਤਰ ਨੂੰ ਭੂਚਾਲ ਮਾਪੀ ਯੰਤਰ ਜਾਂ ਸਿਸਮੋਗ੍ਰਾਫ ਕਿਹਾ ਜਾਂਦਾ। ਅੱਗੇ ਅਸੀਂ ਗੱਲ ਕਰਾਂਗੇ ਅਰਥਕੁਇਕਸ ਐਂਡ ਪ੍ਰੋਟੈਕਸ਼ਨ। ਭੂਚਾਲ ਅਤੇ ਇਸ ਤੋਂ ਬਚ ਬਚਾਅ। ਜਿਸ ਸਮੇਂ ਭੂਚਾਲ ਆਉਂਦਾ ਤਾਂ ਅਸੀਂ ਕਿਸ ਤਰ੍ਹਾਂ ਆਪਣਾ ਬਚ ਬਚਾਅ ਕਰ ਸਕਦੇ ਹਾਂ, ਜਾਂ ਜਿਹੜੇ ਅਰਥਕੁਇਕ ਪ੍ਰੋਨਸ ਨੇ ਉਹਨਾਂ ਦੇ ਉੱਥੇ ਕਿਸ ਤਰ੍ਹਾਂ ਦੀਆਂ ਬਿਲਡਿੰਗਸ ਹੋਣੀਆਂ ਚਾਹੀਦੀਆਂ ਨੇ, ਉਹਨਾਂ ਦਾ ਕਿਸ ਤਰ੍ਹਾਂ ਦਾ ਨਕਸ਼ਾ ਹੋਣਾ ਚਾਹੀਦਾ ਤਾਂ ਜੋ ਭੂਚਾਲ ਆਉਣ ਦੇ ਸਮੇਂ ਕੋਈ ਜ਼ਿਆਦਾ ਬਹੁਤਾ ਨੁਕਸਾਨ ਨਾ ਹੋਵੇ। ਸ਼ੁਰੂ ਕਰਦੇ ਹਾਂ। ਦ ਅਕਰੈਂਸ ਆਫ ਦ ਅਰਥਕੁਇਕ ਕੈਨ ਨਾਟ ਬੀ ਪ੍ਰੀਡਿਕਟਡ, ਇਟ ਸਟ੍ਰਾਈਕਸ ਸਡਨਲੀ ਐਂਡ ਐਟ ਵੰਸ। ਭੂਚਾਲ ਦੇ ਆਉਣ ਬਾਰੇ ਸਾਨੂੰ ਪਹਿਲਾਂ ਜਿਹੜਾ ਉਹ ਪਤਾ ਨਹੀਂ ਲੱਗ ਸਕਦਾ। ਇਹ ਜੋ ਭੂਚਾਲ ਨੇ ਇਹ ਅਚਾਨਕ ਹੀ ਜਾਂ ਇੱਕਦਮ ਆ ਜਾਂਦਾ। ਸੋ ਹੈਵਿੰਗ ਨੌਲੇਜ ਅਬਾਊਟ ਦ ਅਰਥਕੁਇਕ ਪ੍ਰੋਨ ਏਰੀਆਜ਼, ਸਮ ਪ੍ਰੀਕਾਸ਼ਨਰੀ measure can be adopted to save ourselves from its bad effects. As earthquakes disaster management, we should keep into mind the following important point. So ਜੋ ਭੂਚਾਲ ਪ੍ਰਭਾਵਿਤ ਇਲਾਕਿਆਂ ਦੇ ਬਾਰੇ ਵਿੱਚ ਸਾਨੂੰ ਕੁਝ ਜਾਣਕਾਰੀ ਹੋਣ ਕਰਕੇ ਅਸੀਂ ਇਸ ਦੇ ਬੁਰੇ ਪ੍ਰਭਾਵਾਂ ਤੋਂ ਬਚਣ ਵਾਸਤੇ ਜਿਹੜੀਆਂ ਕੁਝ ਸਾਵਧਾਨੀਆਂ ਵਰਤ ਸਕਦੇ ਹਾਂ। ਭੂਚਾਲ ਆਫਤ ਪ੍ਰਬੰਧਨ ਦੇ ਲਈ ਸਾਨੂੰ ਕੁਝ ਹੇਠ ਲਿਖੀਆਂ ਜਿਹੜੀਆਂ ਗੱਲਾਂ ਨੇ ਉਹਨਾਂ ਵੱਲ ਧਿਆਨ ਦੇਣਾ ਪਵੇਗਾ। ਜੋ ਫਸਟ ਪੁਆਇੰਟ ਹੈ ਉਹ ਹੈ ਦ ਡਿਜ਼ਾਈਨਸ ਐਂਡ ਦ ਕੰਸਟਰਕਸ਼ਨ ਆਫ ਦ ਬਿਲਡਿੰਗਸ ਇਨ ਦ ਅਰਥਕੁਇਕ ਪ੍ਰੋਨ ਏਰੀਆਜ਼ should be such that no damage is caused to the buildings by the earthquakes। ਕੀ ਹੈ ਕਿ ਸਾਨੂੰ ਜੋ ਭੂਚਾਲ ਗ੍ਰਸਤ ਇਲਾਕੇ ਆ ਉਹਨਾਂ ਦੇ ਵਿੱਚ ਜਿਹੜੀਆਂ ਇਮਾਰਤਾਂ ਉਹਨਾਂ ਦੇ ਨਕਸ਼ੇ ਅਤੇ ਬਣਾਵਟ ਆ ਜਿਹੜੀ ਉਹ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਕਿ ਭੂਚਾਲ ਆਉਣ 'ਤੇ ਉਹਨਾਂ ਨੂੰ ਕੋਈ ਬਹੁਤਾ ਨੁਕਸਾਨ ਨਾ ਹੋਵੇ। ਦ ਅਰਥਕੁਇਕ resistant buildings are being constructed in the countries like Japan where the earthquakes are very common। ਸੋ ਜਿਸ ਤਰ੍ਹਾਂ ਕਿ ਜਾਪਾਨ ਵਰਗੇ ਦੇਸ਼ ਹੈ ਜਿੱਥੇ ਭੂਚਾਲ ਆਉਣਾ ਆਮ ਹੀ ਗੱਲ ਹੈ, ਅਕਸਰ ਹੀ ਭੂਚਾਲ ਆਉਂਦੇ ਰਹਿੰਦੇ ਨੇ। ਭੂਚਾਲ ਪ੍ਰਭਾਵ ਰਹਿਤ ਜਿਹੜੀਆਂ ਇਮਾਰਤਾਂ ਉਹਨਾਂ ਦਾ ਨਿਰਮਾਣ ਹੋ ਰਿਹਾ। ਘਰਾਂ ਅਤੇ ਇਮਾਰਤਾਂ ਦਾ ਜਿਹੜਾ ਬੀਮਾ ਉਹ ਹੋਣਾ ਵੀ ਬਹੁਤ ਜ਼ਰੂਰੀ ਹੈ ਤਾਂ ਜੋ ਸਾਨੂੰ ਅਰਥਕੁਇਕ ਦੇ ਸਮੇਂ ਜੋ ਨੁਕਸਾਨ ਹੁੰਦਾ ਉਹਦਾ ਜੇਕਰ ਸਾਡਾ ਬੀਮਾ ਹੈ ਤਾਂ ਸਾਨੂੰ ਜੋ ਫਾਈਨੈਂਸ਼ੀਅਲੀ ਹੈਲਪ ਮਿਲ ਸਕਦੀ ਹੈ। ਅੱਗੇ ਸੈਕਿੰਡ ਪੁਆਇੰਟ ਹੈ ਦੇਅਰ ਸ਼ੁੱਡ ਨਾਟ ਬੀ ਐਨੀ ਪੈਨੀ ਔਰ ਟੈਰਰ when the earthquake strikes, rather we should remain calm and work intelligently।
ਜਿਸ ਸਮੇਂ ਵੀ ਭੂਚਾਲ ਆਉਂਦਾ ਤਾਂ ਸਾਨੂੰ ਦਹਿਸ਼ਤ ਦਾ ਮਾਹੌਲ ਆ ਜਿਹੜਾ ਉਹ ਨਹੀਂ ਪੈਦਾ ਕਰਨਾ ਚਾਹੀਦਾ, ਡਰ ਜਾਂ ਦਹਿਸ਼ਤ ਵਾਲਾ ਜਿਹੜਾ ਮਾਹੌਲ ਆ ਉਹ ਨਹੀਂ ਪੈਦਾ ਕਰਨਾ ਚਾਹੀਦਾ। ਸਾਨੂੰ ਜਿਹੜਾ ਉਹ ਸ਼ਾਂਤ ਰਹਿ ਕੇ ਬੜੀ ਹੀ ਸਮਝਦਾਰੀ ਦੇ ਨਾਲ ਦਿਮਾਗ ਤੋਂ ਕੰਮ ਲੈਣਾ ਚਾਹੀਦਾ, ਭਾਵ ਕਿ ਸਾਨੂੰ ਇਸ ਤਰ੍ਹਾਂ ਦੀ ਕੁਦਰਤੀ ਆਫਤ ਦੇ ਸਮੇਂ ਘਬਰਾਉਣਾ ਨਹੀਂ ਚਾਹੀਦਾ, ਲੋਕਾਂ ਦੇ ਵਿੱਚ ਡਰ ਜਾਂ ਦਹਿਸ਼ਤ ਦਾ ਜਿਹੜਾ ਮਾਹੌਲ ਆ ਉਹ ਪੈਦਾ ਨਹੀਂ ਕਰਨਾ ਚਾਹੀਦਾ। ਸਾਨੂੰ ਬੜੀ ਹੀ ਸਮਝਦਾਰੀ ਦੇ ਨਾਲ ਇਹਦਾ ਸਾਹਮਣਾ ਕਰਨਾ ਚਾਹੀਦਾ। ਅੱਗੇ ਜੋ ਥਰਡ ਪੁਆਇੰਟ ਹੈ, ਇਫ ਯੂ ਆਰ ਸਿਟਿੰਗ ਇਨਡੋਰਸ ਐਟ ਦਾ ਟਾਈਮ ਆਫ ਦਾ ਅਰਥਕੁਇਕ then instead of running outside take your under some hard things like beds and table or stand in the door। ਜੇਕਰ ਅਸੀਂ ਭੂਚਾਲ ਦੇ ਸਮੇਂ, ਭਾਵ ਕਿ ਜਿਸ ਸਮੇਂ ਭੂਚਾਲ ਆ ਰਿਹਾ ਤਾਂ ਅਸੀਂ ਅੰਦਰ ਬੈਠੇ ਹਾਂ, ਤਾਂ ਸਾਨੂੰ ਬਾਹਰ ਭੱਜਣ ਦੀ ਬਜਾਏ ਸਾਨੂੰ ਕਮਰੇ ਦੇ ਵਿੱਚ ਹੀ ਕਿਸੇ ਸਖਤ ਚੀਜ਼ ਜਿਵੇਂ ਕਿ ਬੈੱਡ ਜਾਂ ਟੇਬਲ ਉਸ ਦਾ ਆਸਰਾ ਲੈ ਲੈਣਾ ਚਾਹੀਦਾ, ਘਬਰਾਉਣਾ ਨਹੀਂ ਚਾਹੀਦਾ। ਸੋ ਜੋ ਅਗਲਾ ਨੈਕਸਟ ਪੁਆਇੰਟ ਹੈ, ਇਫ ਯੂ ਆਰ ਆਊਟਸਾਈਡ ਐਟ ਦਾ ਟਾਈਮ ਆਫ ਦਾ ਅਰਥਕੁਇਕ ਦੈਨ ਮੂਵ ਟੂ ਦਾ ਓਪਨ ਸਪੇਸ। ਜੇਕਰ ਅਸੀਂ ਭੂਚਾਲ ਦੇ ਸਮੇਂ ਬਾਹਰ ਹਾਂ ਤਾਂ ਸਾਨੂੰ ਖੁੱਲ੍ਹੀ ਜਗ੍ਹਾ ਵਿੱਚ ਚਲੇ ਜਾਣਾ ਚਾਹੀਦਾ। ਵੀ ਸ਼ੁੱਡ ਨਾਟ ਸਟੈਂਡ ਨੀਅਰ ਦਾ ਬਿਲਡਿੰਗਸ, ਟਰੀਜ਼, ਇਲੈਕਟ੍ਰਿਕ ਪੋਲਸ ਐਂਡ ਵਾਇਰਸ ਐਟਸੈਟਰਾ ਐਜ਼ ਦੀਜ਼ ਮੇ ਫਾਲ ਡਾਊਨ। ਤਾਂ ਸਾਨੂੰ ਕੀ ਆ, ਕਿਸੇ ਬਿਲਡਿੰਗ ਦੇ ਨੇੜੇ ਜਾਂ ਦਰਖਤ ਜਾਂ ਬਿਜਲੀ ਦੇ ਪੋਲ ਆ, ਬਿਜਲੀ ਦੇ ਖੰਭੇ ਆ ਜਾਂ ਵਾਇਰਸ ਆ, ਤਾਰਾਂ ਬਿਜਲੀ ਦੀਆਂ, ਉਹਨਾਂ ਦੇ ਹੇਠਾਂ ਜਿਹੜਾ ਸਾਨੂੰ ਉਹਨਾਂ ਦੇ ਆਸ-ਪਾਸ ਖੜ੍ਹੇ ਨਹੀਂ ਹੋਣਾ ਚਾਹੀਦਾ, ਕਿਉਂਕਿ ਇਹਨਾਂ ਦੇ ਡਿੱਗਣ ਦਾ ਜੋ ਖਤਰਾ ਬਣਿਆ ਰਹਿੰਦਾ। ਸੋ ਸਾਨੂੰ ਇਸ ਪੁਆਇੰਟ ਨੂੰ ਵੀ ਆਪਣੇ ਮਾਈਂਡ ਦੇ ਵਿੱਚ ਰੱਖਣਾ ਹੋਵੇਗਾ। ਅਗਲਾ 5th ਪੁਆਇੰਟ ਹੈ, ਵੀ ਆਲ ਸ਼ੁੱਡ ਹੈਲਪ ਦਾ ਅਰਥਕੁਇਕ ਅਫੈਕਟਡ ਪੀਪਲ। ਸਾਨੂੰ ਜੋ ਭੂਚਾਲ ਪ੍ਰਭਾਵਿਤ ਲੋਕ ਨੇ ਉਹਨਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ। ਦੇ ਸ਼ੁੱਡ ਬੀ ਪ੍ਰੋਵਾਈਡਡ ਵਿਦ ਮੈਡੀਕਲ ਐਂਡ ਅਦਰ ਫੈਸਿਲਿਟੀਜ਼ ਲਾਈਕ ਹਾਊਸਿਸ। ਉਹਨਾਂ ਨੂੰ ਮੈਡੀਕਲ ਜਿਹੜੀ ਹੈਲਪ ਆ ਜਾਂ ਹੋਰ ਫੈਸਿਲਿਟੀਜ਼ ਆ ਜਿਸ ਤਰ੍ਹਾਂ ਕਿ ਹਾਊਸਿਸ, ਉਹਨਾਂ ਨੂੰ ਪ੍ਰੋਵਾਈਡ ਕਰਵਾਉਣੇ ਚਾਹੀਦੇ ਨੇ। ਅੱਗੇ 6th ਪੁਆਇੰਟ ਹੈ, ਦਾ ਪਰਸਨ ਹੂ ਹੈਵ ਬਿਨ ਕਿਲਡ ਔਰ ਇੰਜਰਡ ਸ਼ੁੱਡ ਬੀ ਟੇਕਨ ਆਊਟ ਫਰੋਮ ਦਾ ਬਿਲਡਿੰਗਸ ਕੁਇਕਲੀ। ਜੋ ਵਿਅਕਤੀ ਹੈ ਜਿਹੜੇ ਮਾਰੇ ਜਾ ਚੁੱਕੇ ਨੇ, ਮੀਨਸ ਮਰ ਚੁੱਕੇ ਨੇ ਭੂਚਾਲ ਦੇ ਕਾਰਨ, ਜੋ ਬਿਲਡਿੰਗਸ ਦੇ ਹੇਠਾਂ ਮਲਬੇ ਦੇ ਆ ਚੁੱਕੇ ਨੇ ਜਾਂ ਜ਼ਖਮੀ ਨੇ, ਉਹਨਾਂ ਨੂੰ ਤੁਰੰਤ ਆ ਜਿਹੜਾ ਬਾਹਰ ਕੱਢਣਾ ਚਾਹੀਦਾ ਤੇਜ਼ੀ ਦੇ ਨਾਲ। ਦਾ ਇੰਜਰਡ ਸ਼ੁੱਡ ਬੀ ਟੇਕਨ ਟੂ ਦਾ ਹੋਸਪਿਟਲਸ ਔਰ ਦਾ ਕੈਂਪਸ ਸੈਟ ਫॉर ਦਾ ਪਰਪਸ ਸੋ ਦੈਟ ਦੇਅਰ ਲਾਈਫਸ ਕੈਨ ਬੀ ਸੇਵਡ ਫॉर ਪ੍ਰੋਵਾਈਡਿੰਗ ਮੈਡੀਕਲ ਫੈਸਿਲਿਟੀਜ਼ ਐਟ ਦਾ ਪ੍ਰੋਪਰ ਟਾਈਮ। ਜਿਹੜੇ ਜ਼ਖਮੀ ਲੋਕ ਆ ਉਹਨਾਂ ਨੂੰ ਜਲਦੀ ਹੋਸਪਿਟਲਸ ਦੇ ਵਿੱਚ ਜਾਂ ਜੋ ਇਸ ਮਕਸਦ ਦੇ ਲਈ ਜੋ ਕੈਂਪ ਬਣਾਏ ਗਏ ਨੇ ਉਹਨਾਂ ਦੇ ਵਿੱਚ ਲਿਜਾਣਾ ਚਾਹੀਦਾ, ਤਾਂ ਜੋ ਉਹਨਾਂ ਨੂੰ ਸਮੇਂ ਸਿਰ ਜਿਹੜੀਆਂ ਮੈਡੀਕਲ ਸਹੂਲਤਾਂ ਦੇ ਕੇ ਉਹਨਾਂ ਦੀ ਜਾਨ ਬਚਾਈ ਜਾ ਸਕੇ। ਅੱਗੇ 7th ਪੁਆਇੰਟ ਹੈ, ਦਾ ਮੀਨਸ ਆਫ ਟਰਾਂਸਪੋਰਟ ਐਂਡ ਕਮਿਊਨੀਕੇਸ਼ਨ ਵਿਚ ਹੈਵ ਬਿਨ, ਇੱਥੇ ਸਪੈਲਿੰਗ ਮਿਸਟੇਕ ਹੈ, which have been affected by the earthquake should be resumed at the earliest। ਭੂਚਾਲ ਦੇ ਨਾਲ ਜੋ ਆਵਾਜਾਈ ਜਾਂ ਸੂਚਨਾ ਅਤੇ ਸੰਚਾਰ ਦੇ ਸਾਧਨਾਂ ਜਿਹੜੇ ਪ੍ਰਭਾਵਿਤ ਹੋਏ ਆ ਉਹਨਾਂ ਨੂੰ ਦੁਬਾਰਾ ਜਲਦੀ ਤੋਂ ਜਲਦੀ ਚਾਲੂ ਕਰ ਦੇਣਾ ਚਾਹੀਦਾ। ਅੱਗੇ ਲਾਸਟ ਪੁਆਇੰਟ ਹੈ 8th, ਇਟ ਬਿਕਮਸ ਦਾ ਫੋਰਮੋਸਟ ਡਿਊਟੀ ਆਫ ਦਾ ਗਵਰਨਮੈਂਟ ਟੂ ਪ੍ਰੋਵਾਈਡ ਹਾਊਸਿਸ ਐਂਡ ਅਦਰ ਰਿਕਿਆਰਡ ਫੈਸਿਲਿਟੀਜ਼ ਟੂ ਦਾ ਪੀਪਲ ਹੂ ਹੈਵ ਬਿਨ ਰੈਂਡਰਡ ਹੋਮਲੈਸ ਬਾਏ ਦਾ ਅਰਥਕੁਇਕ। ਅੱਗੇ ਜੋ ਸਰਕਾਰ ਦਾ ਮੁੱਖ ਫਰਜ਼ ਬਣਦਾ ਹੈ ਕਿ ਜੋ ਲੋਕ ਆ ਭੂਚਾਲ ਪ੍ਰਭਾਵਿਤ ਨੇ ਉਹਨਾਂ ਨੂੰ ਲੋੜੀਂਦੀਆਂ ਜਿਹੜੀਆਂ ਸਹੂਲਤਾਂ ਉਹ ਪ੍ਰਦਾਨ ਕਰਨੀਆਂ ਚਾਹੀਦੀਆਂ। ਜੋ ਲੋਕ ਬੇਘਰ ਹੋ ਗਏ ਨੇ ਉਹਨਾਂ ਨੂੰ ਜਿਹੜੇ ਘਰ ਆ ਉਹ ਪ੍ਰੋਵਾਈਡ ਕਰਨੇ ਚਾਹੀਦੇ ਨੇ। ਸੋ ਸਟੂਡੈਂਟਸ, ਅੱਜ ਦੀ ਵੀਡੀਓ ਦੇ ਵਿੱਚ ਇਸ ਲੈਸਨ ਬਾਰੇ ਇੰਨਾ ਹੀ। ਮੈਨੂੰ ਉਮੀਦ ਹੈ ਕਿ ਜੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਸਮਝਾਇਆ ਗਿਆ ਉਸ ਬਾਰੇ ਤੁਹਾਨੂੰ ਸਮਝ ਲੱਗ ਗਈ ਹੋਵੇਗੀ। ਓਕੇ ਸਟੂਡੈਂਟਸ, ਸੋ ਇਸ ਵੀਡੀਓ ਨੂੰ ਤੁਸੀਂ ਕੇਅਰਫੁਲੀ ਵਾਚ ਕਰਨਾ ਐਂਡ ਟਰਾਈ ਟੂ ਅੰਡਰਸਟੈਂਡ ਦਾ ਕੰਸੈਪਟ। ਓਕੇ ਸਟੂਡੈਂਟਸ।